ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਇੱਕ ਐਸੀ ਬੀਬੀ ਸੰਤਣੀ ਜਿਸ ਦਾ ਨਾਂ ਹੈ ਟਰੇਸਾ ਨਾਈਮਨ। ਇਹ ਜਿਹੜੀ ਟਰੇਸਾ ਨਾਈਮਨ ਬੀਬੀ ਸੀ, ਇਹ ਕੋਰਨਰ ਸਰੂਥ ਇਲਾਕੇ ਦੀ ਰਹਿਣ ਵਾਲੀ ਸੀ ਤੇ ਇਸ ਦਾ ਜਿਹੜਾ ਜੀਵਨ ਪ੍ਰਸੰਗ ਆ ਬਹੁਤ ਜ਼ਿਆਦਾ ਅਦਭੁਤ ਹੈ। ਅਦਭੁਤ ਇਸ ਕਰਕੇ ਆ ਕਿ ਇਸ ਬੀਬੀ ਦੇ ਸਰੀਰ ਦੇ ਉੱਪਰ ਈਸਾ ਮਸੀਹ ਨੂੰ ਜਦ ਸੂਲੀ ਤੇ ਚਾੜਿਆ ਗਿਆ ਸੀਗਾ, ਜਿਹੜੇ ਤਸੀਹੇ ਦਿੱਤੇ ਗਏ ਸੀ ਤੇ ਉਹਨਾਂ ਤਸੀਹਾਂ ਦੇ ਨਿਸ਼ਾਨ ਇਸ ਬੀਬੀ ਦੇ ਸਰੀਰ ਦੇ ਉੱਪਰ ਆਪਣੇ ਆਪ ਪ੍ਰਗਟ ਹੋ ਗਏ ਸੀ ਤੇ ਉਹਨਾਂ ਦੇ ਵਿੱਚੋਂ ਲਹੂ ਸਿਮਣ ਲੱਗ ਪੈਂਦਾ ਸੀਗਾ। ਇਸ ਕਰਕੇ ਇਸ ਬੀਬੀ ਦਾ ਇਹ ਜੀਵਨ ਦੇਖਣ ਦੇ ਵਾਸਤੇ, ਇਸ ਬੀਬੀ ਦੇ ਸਰੀਰ ਦੇ ਉੱਤੇ ਅਦਭੁਤ ਕਾਰਨਾਮਾ ਦੇਖਣ ਦੇ ਵਾਸਤੇ ਹਜ਼ਾਰਾਂ ਜਿਹੜੇ ਈਸਾ ਮਸੀਹ ਦੇ ਸ਼ਰਧਾਲੂ ਸੀ ਇਹਦੇ ਘਰ ਇਕੱਠੇ ਹੋ ਜਾਂਦੇ ਸੀਗੇ। ਸੋ ਇਸ ਬੀਬੀ ਦਾ ਜਿਹੜਾ ਜੀਵਨ ਜੋ ਦਰਸ਼ਨ ਹੈ ਉਹ ਆਪ ਸਾਰੀਆਂ ਸੰਗਤਾਂ ਦੇ ਨਾਲ ਦਾਸ ਅੱਜ ਸਾਂਝਾ ਕਰਦਾ। ਇਹ ਬੀਬੀ ਦਾ ਜਨਮ ਤਕਰੀਬਨ 1898 ਈਸਵੀ ਨੂੰ ਹੋਇਆ ਸੀ। ਉਹ ਜਿਹੜਾ ਦਿਨ ਸੀਗਾ ਉਸ ਨੂੰ ਅਸੀਂ ਗੁੱਡ ਫਰਾਈਡੇ ਆਖਦੇ ਹਾਂ। ਸੋ ਜਦ ਇਹ ਬੀਬੀ 20 ਸਾਲ ਦੀ ਉਮਰ ਦੇ ਵਿੱਚ ਪਹੁੰਚੀ ਆ ਤੇ ਇਹਦਾ ਐਕਸੀਡੈਂਟ ਹੋ ਗਿਆ ਸੀਗਾ। ਐਕਸੀਡੈਂਟ ਕਰਕੇ ਇਹਨੂੰ ਅਧਰੰਗ ਦਾ ਰੋਗ ਹੋ ਗਿਆ ਸੀਗਾ ਤੇ ਨਾਲ ਇਹਦੀ ਨਜ਼ਰ ਪੂਰੀ ਤਰ੍ਹਾਂ ਜਾਂਦੀ ਲੱਗੀ ਸੀਗੀ ਤੇ ਅੱਖਾਂ ਦੇ ਉੱਤੋਂ ਵਿੱਚੋਂ ਅੰਨੀ ਹੋ ਗਈ ਸੀ। ਜਦ ਇਹਦੀ ਨਜ਼ਰ ਜਾਂਦੀ ਲੱਗੀ, ਅੱਖਾਂ 'ਚੋਂ ਅੰਨੀ ਹੋ ਗਈ। ਪਰ 23 ਸਾਲ ਦੀ ਉਮਰ ਦੇ ਵਿੱਚ ਇੱਕ ਐਸਾ ਚਮਤਕਾਰ ਇਸ ਬੀਬੀ ਨਾਲ ਹੋਇਆ ਸੀਗਾ ਕਿ ਇਹਦਾ ਜਿਹੜਾ ਅਧਰੰਗ ਦਾ ਅਟੈਕ ਸੀਗਾ ਉਹ ਵੀ ਯਕਦਮ ਠੀਕ ਹੋ ਗਿਆ ਸੀ ਤੇ ਅੱਖਾਂ ਦੀ ਜੋਤੀ ਵੀ ਵਾਪਸ ਆ ਗਈ ਸੀ। ਪਰ 1923 ਦੇ ਵਿੱਚ ਜਦ ਇਹ ਬੀਬੀ ਜਿਹੜੀ ਸੀ ਉਮਰ ਦੇ ਵਿੱਚ ਪਹੁੰਚੀ ਆ, ਉਸ ਟਾਈਮ ਇਸ ਬੀਬੀ ਨੇ ਅੰਨ ਜਲ ਜਿਹੜਾ ਸੀਗਾ ਇਹਦਾ ਤਿਆਗ ਪੂਰੀ ਤਰ੍ਹਾਂ ਕਰ ਦਿੱਤਾ ਸੀਗਾ, ਜਿਸ ਕਰਕੇ ਇਸ ਦੇ ਜਿੰਨੇ ਵੀ ਸੱਜਣ ਮਿੱਤਰ ਰਿਸ਼ਤੇਦਾਰ ਜਾਂ ਦੋਸਤ ਸੀਗੇ ਉਸ ਨੇ ਇਸ ਬੀਬੀ ਨੂੰ ਦਾ ਲਿਟਲ ਫਲਾਈਬਲ ਗਰਲ ਦੇ ਨਾਂ ਦੇ ਨਾਲ ਜਿਹੜਾ ਸੀਗਾ ਉਹ ਯਾਦ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਲੇਕਿਨ ਹੈਰਾਨੀ ਦੀ ਗੱਲ ਇਹ ਆ ਕਿ ਜਦ 1926 ਦੇ ਵਿੱਚ ਇਸ ਦੀ ਉਮਰ ਪਹੁੰਚੀ ਆ, ਇਸ ਬੀਬੀ ਦੇ ਸਰੀਰ ਦੇ ਉੱਪਰ ਮੱਥੇ ਤੇ ਹੱਥਾਂ ਪੈਰਾਂ ਦੇ ਵਿੱਚ ਤੇ ਫਿਰ ਛਾਤੀ ਦੇ ਉੱਪਰ ਈਸਾ ਮਸੀਹ ਦੇ ਜਿਹੜੇ ਜ਼ਖਮ ਸੀ ਉਹ ਆਪਣੇ ਆਪ ਬਣ ਗਏ ਸੀ, ਆਪਣੇ ਆਪ ਜਿਹੜੇ ਸੀ ਉਹ ਪ੍ਰਗਟ ਹੋ ਗਏ ਸੀ। ਔਰ ਇਹ ਜਿਹੜੇ ਪ੍ਰਗਟ ਜ਼ਖਮ ਸੀਗੇ ਇਹ ਵੀਰਵਾਰ ਅੱਧੀ ਰਾਤ ਨੂੰ ਆਪਣੇ ਆਪ ਖੁੱਲ੍ਹ ਜਾਂਦੇ ਸੀਗੇ ਤੇ ਸ਼ੁੱਕਰਵਾਰ 1 ਵਜੇ ਤੱਕ ਖੁੱਲ੍ਹੇ ਰਹਿੰਦੇ ਸੀਗੇ ਤੇ ਇਹਨਾਂ ਦੇ ਵਿੱਚੋਂ ਖੂਨ ਸਿਮਣਾ ਜਿਹੜਾ ਸੀ ਸ਼ੁਰੂ ਹੋ ਜਾਂਦਾ ਸੀਗਾ ਤੇ ਇਸ ਨਾਲ ਜ਼ਖਮਾਂ ਦੇ ਵਿੱਚੋਂ ਨਿਕਲਦੇ ਖੂਨ ਨੂੰ ਦੇਖਣ ਦੇ ਵਾਸਤੇ ਜਿਹੜੇ ਹਜ਼ਾਰਾਂ ਈਸਾ ਮਸੀਹ ਦੇ ਸ਼ਰਧਾਲੂ ਸੀ ਇਹਦੇ ਘਰ ਦੇ ਵਿੱਚ ਇਕੱਠਾ ਹੋ ਜਾਂਦੇ ਸੀਗੇ। ਸੋ ਜਿੰਨੇ ਵੀ ਚਰਚ ਦੇ ਅਧਿਕਾਰੀ ਆ, ਉਹ ਜਿਹੜੇ ਚਰਚ ਦੇ ਅਧਿਕਾਰੀ ਸੀ, ਉਹਨਾਂ ਨੇ ਇਸ ਬੀਬੀ ਦੇ ਸਰੀਰ ਦਾ ਨੁਮਾਇੰਦਾ ਕਰਨ ਵਾਸਤੇ ਵਿਗਿਆਨਕ ਤਰੀਕੇ ਦੇ ਨਾਲ ਜਿਹੜੀ ਸੀ ਉਹ ਡਾਕਟਰਾਂ ਦੀ ਰਾਏ ਲਈ। ਉਹਨਾਂ ਨੇ ਇਸ ਦੇ ਸਰੀਰ ਦਾ ਨਿਰੀਖਣ ਕੀਤਾ ਪਰ ਡਾਕਟਰ ਜਿਹੜੇ ਸੀ ਹੈਰਾਨ ਸੀਗੇ ਕਿ ਇਸ ਬੀਬੀ ਦੇ ਸਰੀਰ ਦੇ ਵਿੱਚੋਂ ਇਹ ਜਿਹੜਾ ਕ੍ਰਿਸ਼ਮਾ ਹੈਗਾ ਖੂਨ ਨਿਕਲਦਾ ਇਹ ਆਪਣੇ ਆਪ ਕਿਵੇਂ ਹੋ ਜਾਂਦਾ। ਤੇ ਇਹ ਜਿਹੜਾ ਕ੍ਰਿਸ਼ਮਾ ਹੈ ਹਰੇਕ ਹਫ਼ਤੇ ਜਿਹੜਾ ਸੀਗਾ ਉਹ ਵੀਰਵਾਰ ਅੱਧੀ ਰਾਤ ਤੋਂ ਸ਼ੁਰੂ ਹੋ ਕੇ ਸ਼ੁੱਕਰਵਾਰ 1 ਵਜੇ ਤੱਕ ਆਪਣੇ ਆਪ ਹੁੰਦਾ ਰਹਿੰਦਾ ਸੀਗਾ। ਸੋ ਇਸ ਬੀਬੀ ਦਾ ਜਿਹੜਾ ਵਜ਼ਨ ਸੀ 121 ਪਾਉਂਡ ਜਿਹੜਾ ਮੰਨਿਆ ਜਾਂਦਾ ਸੀਗਾ ਤੇ ਜਦ ਖੂਨ ਸਿਮਦਾ ਸੀਗਾ ਤੇ ਇਹਦਾ ਵਜ਼ਨ 10 ਪਾਉਂਡ ਘੱਟ ਜਾਂਦਾ ਸੀਗਾ। ਇਹ ਬੀਬੀ ਜਰਮਨ ਭਾਸ਼ਾ ਤੋਂ ਬਗੈਰ ਜਿਹੜੀਆਂ ਬਹੁਤ ਜ਼ਿਆਦੀਆਂ ਭਾਸ਼ਾਵਾਂ ਬਿਲਕੁਲ ਨਹੀਂ ਸੀ ਜਾਣਦੀ। ਸੋ ਇਸ ਕਰਕੇ ਇਹਦੇ ਕਈ ਮਿੱਤਰ ਸੀਗੇ ਤੇ ਜਿਨ੍ਹਾਂ ਮਿੱਤਰਾਂ ਦੇ ਸਹਿਯੋਗ ਦੇ ਨਾਲ ਇਹ ਬੀਬੀ ਜਿਹੜੀ ਸੀ ਜਰਮਨ ਦੇ ਕਈ ਹਿੱਸਿਆਂ ਦੇ ਵਿੱਚ ਸੈਰ ਕਰਦੀ ਰਹਿੰਦੀ ਸੀਗੀ ਤੇ ਪਰ ਇਸ ਬੀਬੀ ਦਾ ਅੰਨ ਜਲ ਤਿਆਗ ਕਰਕੇ ਵੀ ਇਸ ਤਰ੍ਹਾਂ ਜਿਹੜਾ ਉਹ ਦੁਨੀਆ ਦੇ ਇਲਾਕੇ ਦੇ ਵਿੱਚ ਸੈਰ ਕਰਨਾ ਜਿਹੜਾ ਸੀ ਉਹ ਆਮ ਇਨਸਾਨ ਦੀ ਨਜ਼ਰ ਦੇ ਵਿੱਚ ਬੜਾ ਅਦਭੁਤ ਅਚੰਭਾ ਸੀਗਾ। ਇੱਕ ਭਾਰਤ ਵਰਸ਼ ਦੇ ਬਹੁਤ ਵੱਡੇ ਯੋਗੀ ਹੋਏ ਆ, ਉਹਨਾਂ ਯੋਗੀਆਂ ਦਾ ਨਾਂ ਜਿਹੜਾ ਸੀ ਉਹ ਪਰਮਹੰਸ ਯੋਗਾਨੰਦ ਸੀ। ਉਹ ਕਹਿੰਦੇ ਜਦੋਂ ਅਸੀਂ ਇਸ ਬੀਬੀ ਦੇ ਦਰਸ਼ਨ ਕੀਤੇ ਸੀਗੇ, ਇਹਦੇ ਘਰ ਪਹੁੰਚ ਗਏ, ਅਸੀਂ ਕੀ ਤੱਕਿਆ ਸੀਗਾ ਕਿ ਇਸ ਬੀਬੀ ਦਾ ਘਰ ਵੀ ਜਿਹੜਾ ਬੜਾ ਵੱਡਾ ਹੈ। ਉਸ ਦੇ ਘਰ ਦੇ ਵਿੱਚ ਇੱਕ ਪੁਰਾਣਾ ਖੂਹ ਆ, ਬਗੀਚਾ ਵੀ ਆ। ਪਰ ਉਹ ਦਿਨ ਕਹਿੰਦੇ ਬਾਰਿਸ਼ ਬੜੀ ਹੁੰਦੀ ਸੀ, ਅਸੀਂ ਗੱਡੀ 'ਚ 2 ਘੰਟੇ ਇੰਤਜ਼ਾਰ ਕੀਤਾ ਪਰ 2 ਘੰਟੇ ਬਾਅਦ ਸਾਨੂੰ ਪਤਾ ਲੱਗਾ ਕਿ ਇਹ ਬੀਬੀ ਆਪਣਾ ਇੱਕ ਸਹਿਯੋਗੀ ਕੋਈ ਪ੍ਰੋਫੈਸਰ ਹੈਗਾ। ਇਹ ਜਿਹੜਾ ਸਹਿਯੋਗੀ ਪ੍ਰੋਫੈਸਰ ਹੈ ਇਸ ਦਾ ਨਾਂ ਜਿਹੜਾ ਹੈਗਾ ਇਹ ਫਰਾਜ਼ ਬੁਟਜ ਸੀਗਾ। ਇਹ ਇੱਥੋਂ ਤਕਰੀਬਨ ਇਹਦੇ ਘਰ ਤੋਂ 80 ਕਿਲੋਮੀਟਰ ਦੂਰ ਜਿਹੜਾ ਸੀਗਾ ਇੱਕ ਯੂਨੀਵਰਸਿਟੀ ਦੀ ਸਟੇਟ ਹੈਗੀ ਆ, ਉਸ ਨੂੰ ਮਿਲਣ ਦੇ ਵਾਸਤੇ ਜਿਹੜੀ ਸੀ ਉਹ ਉਹਦੇ ਪਾਸ ਗਈ ਸੀ। ਕਹਿੰਦੇ ਅਸੀਂ ਦੂਸਰੇ ਦਿਨ ਜਦ ਜਿਹੜੇ ਉਹਦੇ ਘਰ ਪਹੁੰਚੇ ਸੀਗੇ ਤੇ ਇਸ ਬੀਬੀ ਨੂੰ ਜਿਹੜਾ ਸੀਗਾ ਜਦ ਅਸੀਂ ਮਿਲਣ ਦੇ ਵਾਸਤੇ ਜਿਹੜਾ ਸੀਗਾ ਉਹ ਸਦਰ ਪੱਤਰ ਭੇਜਿਆ ਸੀਗਾ ਪਰ ਇਸ ਬੀਬੀ ਨੇ ਆਖਿਆ ਸੀਗਾ ਕਿ ਮੈਂ ਇਸ ਮਹਾਨ ਯੋਗੀ ਨੂੰ ਮਿਲ ਕੇ ਅਤੀ ਪ੍ਰਸੰਨ ਹੋਊਂਗੀ। ਜਦੋਂ ਕਹਿੰਦੇ ਅਸੀਂ ਇਸ ਬੀਬੀ ਨੂੰ ਦੇਖਿਆ, ਦੇਖ ਕੇ ਬੜਾ ਅਚੰਭਾ ਹੋਇਆ ਕਿਉਂਕਿ ਇਸ ਬੀਬੀ ਦਾ ਜਿਹੜਾ ਸਰੀਰ ਸੀਗਾ ਬਿਲਕੁਲ ਨਰਮ ਸੀਗਾ, ਉਹਦੇ ਵਿੱਚ ਸੁਗੰਧੀ ਆ ਰਹੀ ਸੀ, ਇਹਦੇ ਚਿਹਰੇ 'ਤੇ ਬਹੁਤ ਜ਼ਿਆਦਾ ਮੁਸਕਰਾਹਟ ਸੀਗੀ ਤੇ ਕਹਿੰਦੇ ਗੱਲਬਾਤ ਤੋਂ ਕਹਿੰਦੇ ਸਾਨੂੰ ਇਸ ਬੀਬੀ ਦਾ ਪਤਾ ਲੱਗਾ
ਕਿ ਬੀਬੀ ਜਿਹੜੀ ਹੈ ਨਾ ਕੁਛ ਨਹੀਂ ਖਾਂਦੀ। ਪਰ ਇਸ ਬੀਬੀ ਨੇ ਸਾਨੂੰ ਇਹ ਦੱਸਿਆ ਸੀਗਾ ਕਿ ਮੈਂ 6 ਵਜੇ ਇੱਕ ਛੋਟਾ ਜਿਹਾ ਜਿਹੜਾ ਹੈ ਨਾ ਬ੍ਰੇਕਫਾਸਟ ਕਰਦੀ ਹਾਂ। ਉਹਦੇ ਵਿੱਚ ਕਹਿੰਦੀ ਮੈਂ ਜਾਣੀ ਕਿ ਇੱਕ ਸਿੱਕੇ ਦੇ ਆਕਾਰ ਦਾ ਆਟੇ ਦੀ ਰੋਟੀ ਦੀ ਸ਼ਕਲ ਦਾ ਬਿਲਕੁਲ ਕਾਗਜ਼ ਵਾਂਗੂ ਪਤਲਾ ਇੱਕ ਟੁਕੜਾ ਜਿਹੜਾ ਹੈ ਨਾ ਜ਼ਰੂਰ ਲੈਂਦੀ ਹਾਂ, ਜਿਹਨੂੰ ਮੈਂ ਰੱਬ ਦਾ ਪ੍ਰਸ਼ਾਦ ਮੰਨਦੀ ਹਾਂ, ਅਤੇ ਉਹਦੇ ਸਹਾਰੇ ਦੇ ਉੱਤੇ ਕਹਿੰਦੀ ਫਿਰ ਮੈਂ ਚੱਲਦੀ ਹਾਂ। ਪਰ ਜਿਹੜੇ ਮਿਸਟਰ ਜੋਗੀ ਸੀਗੇ ਪਰਮਾਹੰਸ ਜੀ ਕਹਿੰਦੇ ਮੈਂ ਉਹਨੂੰ ਕਿਹਾ ਕਿ ਤੁਸੀਂ ਜਿਸ ਤਰ੍ਹਾਂ ਦੀ ਖੁਰਾਕ ਲੈਂਦੇ ਆ ਤੁਸੀਂ ਲੱਗਦਾ ਕਿ 12 ਸਾਲ ਤੱਕ ਜਿਉਂਦੇ ਨਹੀਂ ਰਹਿ ਸਕਦੇ। ਪਰ ਇਸ ਲਈ ਬੀਬੀ ਨੇ ਕਿਹਾ ਸੀਗਾ ਕਿ ਮੈਂ ਖੁਰਾਕ ਦੇ ਨਾਲ ਨਹੀਂ, ਮੈਂ ਰੱਬ ਦੇ ਪ੍ਰਕਾਸ਼ ਦੇ ਨਾਲ ਜਿਉਂਦੀ ਹਾਂ। ਫਿਰ ਕਹਿੰਦੇ ਅਸੀਂ ਇਸ ਬੀਬੀ ਨੂੰ ਇਹ ਆਖਿਆ ਸੀਗਾ ਕਿ ਸਾਨੂੰ ਵੀ ਇਸ ਤਰ੍ਹਾਂ ਮਹਿਸੂਸ ਹੁੰਦਾ ਹੈਗਾ ਕਿ ਤੂੰ ਆਕਾਸ਼ ਸੂਰਜ ਅਤੇ ਹਵਾ ਦੇ ਸੁਮੇਲ ਤੋਂ ਜਿਹੜੀ ਪੈਦਾ ਹੋਈ ਪੌਣਾਹਾਰੀ ਖੁਰਾਕ ਹੈ ਨਾ, ਉਹਦੇ ਆਧਾਰ ਦੇ ਉੱਤੇ ਜਿਹੜਾ ਆਪਣਾ ਜੀਵਨ ਚਲਾ ਰਹੀ ਹਾਂ। ਅਤੇ ਕਹਿੰਦੀ ਬੀਬੀ ਨੇ ਫਿਰ ਸਾਡੇ ਇਸ ਸਵਾਲ ਦੇ ਵਿੱਚ ਹਾਂ 'ਚ ਹਾਂ ਮਿਲਾਈ ਸੀ। ਉਸ ਤੋਂ ਬਾਅਦ ਕਹਿੰਦੇ ਫਿਰ ਅਸੀਂ ਇਸ ਬੀਬੀ ਨੂੰ ਇਹ ਆਖਿਆ ਸੀਗਾ ਕਿ ਜਿਹੜੇ ਤੇਰੇ ਸਰੀਰ ਦੇ ਉੱਤੇ ਜ਼ਖਮ ਹੈਗੇ ਆ, ਇਹਨਾਂ ਜ਼ਖਮਾਂ ਨੂੰ ਅਸੀਂ ਦੇਖਣ ਦੇ ਵਾਸਤੇ ਤੇਰੇ ਘਰ ਜ਼ਰੂਰ ਪਹੁੰਚਣਾ ਹੈਗਾ। ਅਤੇ ਇਸ ਬੀਬੀ ਨੇ ਕਿਹਾ ਸੀਗਾ ਕਿ ਤੁਸੀਂ ਮੇਰੇ ਘਰ ਜ਼ਰੂਰ ਪਹੁੰਚੋ ਅਤੇ ਤੁਹਾਨੂੰ ਅੱਖੀਂ ਦੇਖ ਕੇ ਪੂਰਾ ਯਕੀਨ ਹੋ ਜਾਊਗਾ ਕਿ ਕਿਵੇਂ ਮੇਰੇ ਸਰੀਰ ਦੇ ਜ਼ਖਮ ਜਿਹੜੇ ਆ ਉਹ ਵੀਰਵਾਰ ਅੱਧੀ ਰਾਤ ਨੂੰ ਆਪਣੇ ਆਪ ਖੁੱਲ੍ਹ ਜਾਂਦੇ ਆ ਅਤੇ ਉਹਨਾਂ ਦੇ ਵਿੱਚੋਂ ਖੂਨ ਸਿਮਰਨ ਲੱਗ ਪੈਂਦਾ ਹੈਗਾ। ਉਸ ਤੋਂ ਬਾਅਦ ਫਿਰ ਕਹਿੰਦੇ ਅਸੀਂ ਇਸ ਬੀਬੀ ਦੇ ਨਾਲ ਜਦ ਗੱਲਬਾਤ ਕੀਤੀ ਸੀ, ਬਹੁਤ ਸਾਰੀਆਂ ਗੱਲਾਂ ਦਾ ਸਾਨੂੰ ਪਤਾ ਲੱਗਾ। ਉਹਦੇ ਵਿੱਚ ਕਹਿੰਦੇ ਜਿਹੜਾ ਇਹਦੇ ਨਾਲ ਦੇ ਪ੍ਰੋਫੈਸਰ ਬੁੱਟਰ ਸੀਗੇ ਉਹਨੇ ਵੀ ਦੱਸਿਆ ਸੀਗਾ ਕਿ ਜਦੋਂ ਅਸੀਂ ਜਰਮਨ ਕਿਸੇ ਸੈਰ ਸਪਾਟੇ 'ਤੇ ਜਾਂਦੇ ਹਾਂ, ਅਸੀਂ ਦਿਹਾੜੀ ਦੇ ਵਿੱਚ 3 ਵਾਰ ਰੋਟੀ ਖਾਂਦੇ ਹਾਂ, ਹੋਟਲ ਲੱਭਦੇ ਹਾਂ। ਪਰ ਇਹ ਬੀਬੀ ਸਵੇਰੇ 1 ਵਜੇ ਜਿਹੜਾ ਸੀਗਾ ਉਹ ਛੋਟਾ ਜਿਹਾ ਨਾਸ਼ਤਾ ਲੈਂਦੀ ਆ, ਲੇਕਿਨ ਉਸ ਤੋਂ ਬਾਅਦ ਇਹ ਬੀਬੀ ਜਿਹੜੀ ਸੀ ਉਹ ਪੂਰੀ ਤਰ੍ਹਾਂ ਜਿਹੜੀ ਉਹ ਫੁੱਲ ਦੇ ਗੁਲਾਬ ਵਾਂਗੂ ਟਹਿਕਦੀ ਰਹਿੰਦੀ ਆ, ਮੁਸਕਰਾਉਂਦੀ ਰਹਿੰਦੀ ਆ, ਜਦ ਕਿ ਅਸੀਂ ਭੁੱਖ ਦੇ ਮਾਰੇ ਜਿਹੜੇ ਇੱਧਰ ਉੱਧਰ ਭੱਜੇ ਰਹਿੰਦੇ ਆ। ਫਿਰ ਕਹਿੰਦੇ ਵੀ ਅਸੀਂ ਇਸ ਬੀਬੀ ਦੇ ਜਦ ਘਰ ਜਾਣਾ ਸੀਗਾ, ਇਹਦੇ ਘਰ ਜਾਣ ਤੋਂ ਪਹਿਲਾਂ ਅਸੀਂ ਇਸ ਬੀਬੀ ਦੇ 2 ਭਰਾਵਾਂ ਨੂੰ ਮਿਲੇ ਆ, ਅਤੇ ਉਹਨਾਂ 2 ਭਰਾਵਾਂ ਨੇ ਸਾਨੂੰ ਇਹ ਦੱਸਿਆ ਸੀਗਾ ਕਿ ਇਹ ਜਿਹੜੀ ਬੀਬੀ ਹੈਗੀ ਆ ਇਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਹਨ ਉਹ ਰੱਬ ਨੇ ਸ਼ਕਤੀਆਂ ਭਰੀਆਂ ਹੈਗੀਆਂ, ਜਿਹਦੇ ਕਰਕੇ ਇਹ ਬੀਬੀ ਜਿਹੜੀ ਹੈ ਲੋਕਾਂ ਦਾ ਦੁੱਖ ਵੀ ਨਿਵਾਰਨ ਕਰਨ ਦੀ ਸਮਰੱਥਾ ਰੱਖਦੀ ਆ। ਬਹੁਤ ਸਾਰੇ ਕਹਿੰਦੇ ਈਸਾਈ ਭਾਈਚਾਰੇ ਦੇ ਲੋਕ ਆਉਂਦੇ ਆ, ਆਪਣੇ ਦੁੱਖ ਦਲਿੱਦਰ ਬਿਮਾਰੀਆਂ ਦੱਸਦੇ ਆ ਅਤੇ ਇਹ ਤੋਂ ਅਸੀਸ ਲੈਂਦੇ ਆ। ਕਹਿੰਦੇ ਇੱਕ ਵਾਰ ਇੱਕ ਬਹੁਤ ਹੀ ਜਾਣੀ ਪੜ੍ਹਿਆ ਲਿਖਿਆ ਕੋਈ ਜਿਹੜਾ ਲੜਕਾ ਸੀਗਾ ਜਿਹਨੇ ਪਾਦਰੀ ਬਣਨਾ ਸੀਗਾ, ਕਹਿੰਦੇ ਉਹ ਆਇਆ ਸੀਗਾ, ਉਹਨੇ ਕਿਹਾ ਸੀਗਾ ਕਿ ਮੈਂ ਪਾਦਰੀ ਬਣਨ ਵਾਸਤੇ ਬਹੁਤ ਜ਼ਿਆਦਾ ਮਿਹਨਤ ਕਰ ਰਿਹਾ ਹੈਗਾ, ਪਰ ਮੇਰੇ ਜਿਹੜਾ ਗਲਾ ਹੈਗਾ ਉਹਦੇ ਗਲੇ ਦੇ ਵਿੱਚ ਇੱਕ ਬਿਮਾਰੀ ਦਾ ਐਸਾ ਰੋਗ ਹੈਗਾ ਕਿ ਮੈਂ ਚੰਗੀ ਤਰ੍ਹਾਂ ਬੋਲ ਨਹੀਂ ਸਕਦਾ। ਫਿਰ ਕਹਿੰਦੇ ਇਸੇ ਬੀਬੀ ਨੇ ਤਰਸ ਖਾ ਕੇ ਜਿਹੜਾ ਸੀ ਕਿਹਾ ਸੀਗਾ ਕਿ ਮੈਂ ਤੇਰੇ ਗਲੇ ਦਾ ਦਰਦ ਆਪਣੇ ਉੱਪਰ ਲੈ ਲੈਂਦੀ ਹਾਂ। ਕਹਿੰਦੇ ਦੇਖੋ ਨਤੀਜਾ ਕੀ ਹੋਇਆ ਕਿ ਉਹ ਜਿਹੜਾ ਪਾਦਰੀ ਲੜਕਾ ਜਿਹਨੇ ਬਣਨਾ ਸੀਗਾ, ਜਿਹਦਾ ਗਲਾ ਦਰਦ ਕਰਦਾ ਸੀਗਾ, ਉਹਦਾ ਗਲਾ ਪੂਰੀ ਤਰ੍ਹਾਂ ਠੀਕ ਹੋ ਗਿਆ, ਲੇਕਿਨ ਇਸ ਬੀਬੀ ਦਾ ਜਿਹੜਾ ਗਲਾ ਸੀਗਾ ਉਹ ਗਲਾ ਪੂਰੀ ਤਰ੍ਹਾਂ ਖਰਾਬ ਹੋ ਗਿਆ ਸੀ, ਜਿਸ ਤੋਂ ਬਾਅਦ ਇਸ ਬੀਬੀ ਨੇ ਅੰਨ ਜਲ ਦਾ ਪੂਰੀ ਤਰ੍ਹਾਂ ਤਿਆਗ ਕਰ ਦਿੱਤਾ ਸੀਗਾ। ਇੱਕ ਜਰਮਨ ਦਾ ਬਹੁਤ ਵੱਡਾ ਅਖਬਾਰ ਵਾ, ਜਿਸ ਅਖਬਾਰ ਦਾ ਨਾਂ ਹੈਗਾ ਪ੍ਰੋਟੈਸਟੈਂਟ। ਇਹਦੇ ਜਿਹੜੇ ਅਖਬਾਰ ਦੇ ਸੰਪਾਦਕ ਸੀਗੇ ਉਹਨਾਂ ਦਾ ਨਾਂ ਸੀ ਡਾਕਟਰ ਗਾਰਲਿਕ। ਜਦ ਡਾਕਟਰ ਗਾਰਲਿਕ ਨੂੰ ਇਸ ਬੀਬੀ ਦੇ ਜੀਵਨ ਚਰਿੱਤਰ ਬਾਰੇ ਪਤਾ ਲੱਗਾ ਸੀਗਾ, ਉਹਨਾਂ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਵਾਕਿਆ ਇਸ ਬੀਬੀ ਦੇ ਸਰੀਰ ਦੇ ਉੱਪਰ ਇਸ ਤਰ੍ਹਾਂ ਜਿਹੜੇ ਜ਼ਖਮ ਆ ਉਹ ਵੀਰਵਾਰ ਨੂੰ ਜਿਹੜੇ ਆ ਖੁੱਲ੍ਹ ਜਾਂਦੇ ਆ ਅਤੇ ਸ਼ੁੱਕਰਵਾਰ ਤੱਕ ਖੂਨ ਸਿਮਦਾ ਰਹਿੰਦਾ ਹੈਗਾ। ਇਹ ਆਪ ਅੱਖੀਂ ਦੇਖਣ ਦੇ ਵਾਸਤੇ ਜਦ ਇਹਦੇ ਘਰ ਪਹੁੰਚੇ ਸੀਗੇ, ਇਹ ਦੇਖ ਕੇ ਇੰਨੇ ਭਾਵੁਕ ਹੋ ਗਏ ਸੀਗੇ ਕਿ ਇਹ ਬੀਬੀ ਦੇ ਸ਼ਰਧਾਲੂ ਬਣ ਗਏ ਸੀਗੇ। ਅਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਇਸ ਬੀਬੀ ਦਾ ਜਿਹੜਾ ਸੀਗਾ ਇੱਕ ਜੀਵਨ ਲੇਖ ਵੀ ਜਿਹੜਾ ਲਿਖਿਆ ਸੀਗਾ। ਸੋ ਜਿਹੜੇ ਮਿਸਟਰ ਬੁੱਟਰ ਸੀਗੇ ਉਹਨਾਂ ਨੇ ਦੱਸਿਆ ਸੀਗਾ ਕਿ ਜਦੋਂ ਅਸੀਂ ਸੈਰ ਕਰਨ ਜਾਂਦੇ ਹਾਂ, ਸੈਰ ਕਰਨ ਦੇ ਟਾਈਮ ਕਹਿੰਦੇ ਅਸੀਂ ਦੇਖਿਆ ਹੈਗਾ ਕਿ ਇਹ ਬੀਬੀ ਜਿਹੜੀ ਆ ਇਹ ਸਵੇਰੇ ਇੱਕ ਟਾਈਮ ਨਾਸ਼ਤਾ ਕਰਦੀ ਆ, ਛੋਟਾ ਜਿਹਾ ਪ੍ਰਸ਼ਾਦ, ਅਤੇ ਜਦੋਂ ਕਹਿੰਦੇ ਇਹ ਨਾਸ਼ਤਾ ਕਰਦੀ ਹੈਗੀ ਆ ਤਾਂ ਸਾਨੂੰ ਇੰਨੀ ਭੁੱਖ ਲੱਗਦੀ ਆ ਕਿ ਅਸੀਂ ਹੋਟਲਾਂ 'ਚ ਭੱਜਦੇ ਨੱਠਦੇ ਰਹਿੰਦੇ ਹਾਂ, ਅਤੇ ਇਹ ਬੀਬੀ ਹੱਸਦੀ ਰਹਿੰਦੀ ਆ। ਪਰ ਇਹਦਾ ਇਸ ਤਰ੍ਹਾਂ ਦਾ ਜਿਹੜਾ ਪ੍ਰਸ਼ਾਦ ਗ੍ਰਹਿਣ ਕਰਨਾ ਹੈ, ਜਿਸ ਨੂੰ ਇਹ ਰੱਬ ਦਾ ਪ੍ਰਸ਼ਾਦ ਆਖਦੀ ਆ, ਇਹਦਾ ਜਿਹੜਾ ਪੇਟ ਵਾ ਪੂਰੀ ਤਰ੍ਹਾਂ ਸੁੰਗੜ ਗਿਆ ਸੀਗਾ, ਅਤੇ ਪੇਟ ਸੁੰਗਣ ਦੇ ਕਰਕੇ ਇਹਦੇ ਵਿੱਚ ਜਿਹੜੀ ਮਲ ਮੂਤਰ ਬਣਨ ਦੀ ਕਿਰਿਆ ਸੀ ਪੂਰੀ ਤਰ੍ਹਾਂ ਬੰਦ ਹੋ ਗਈ ਸੀ। ਪਰ ਇਹਦੇ ਜਿਹੜੇ ਮਸਾਮ ਰੋਮ ਸੀਗੇ ਉਹ ਜਿਹੜੇ ਸੀ ਉਹ ਖੁੱਲ੍ਹੇ ਸੀਗੇ, ਅਤੇ ਜਿਸ ਕਰਕੇ ਇਹਨਾਂ ਮਸਾਮਾਂ ਰੋਮਾਂ ਦੇ ਵਿੱਚੋਂ ਜਿਹੜੀ ਇਸ ਬੀਬੀ ਦੀ ਚਮੜੀ ਹਮੇਸ਼ਾ ਨਰਮ ਰਹਿੰਦੀ ਸੀਗੀ, ਅਤੇ ਇਹ ਬੀਬੀ ਜਿਹੜੀ ਸੀ ਉਹ ਖਿੜੀ ਰਹਿੰਦੀ ਸੀਗੀ, ਅਤੇ ਇਹਦੀ ਚਮੜੀ ਦੇ ਵਿੱਚੋਂ ਸਰੀਰ ਦੇ ਵਿੱਚੋਂ ਮਹਿਕ ਆਉਂਦੀ ਰਹਿੰਦੀ ਸੀਗੀ। ਐਸੀ ਇਹਦਾ ਬੀਬੀ ਦਾ ਅਦਭੁਤ ਜੀਵਨ ਚਰਿੱਤਰ ਹੈਗਾ। ਫਿਰ ਪਰਮਹੰਸ ਯੋਗਾਨੰਦ ਜੀ ਨੇ ਦੱਸਿਆ ਸੀਗਾ ਕਿ ਉਸ ਤੋਂ ਬਾਅਦ ਜਦ ਅਸੀਂ ਬੀਬੀ ਦੇ ਘਰ ਗਏ ਸੀ, ਜਦ ਅਸੀਂ ਘਰ ਪਹੁੰਚੇ ਅਸੀਂ ਦੇਖਿਆ ਕਿ ਬਹੁਤ ਸਾਰੇ ਜਿਹੜੇ ਈਸਾ ਮਸੀਹ ਦੇ ਲੋਕੀ ਸੀਗੇ, ਬੜੀ ਸ਼ਰਧਾ ਰੱਖਣ ਵਾਲੇ, ਕਹਿੰਦੇ ਲਾਈਨਾਂ 'ਚ ਖੜ੍ਹੇ ਸੀਗੇ। ਪਰ ਜਿਉਂ ਹੀ ਅਸੀਂ ਇਹਦੇ ਘਰ ਦੇ ਵਿੱਚ ਪ੍ਰਵੇਸ਼ ਕੀਤਾ, ਪਰਮਹੰਸ ਯੋਗਾਨੰਦ ਜੀ ਕਹਿੰਦੇ ਮੇਰਾ ਦੇਖਣ ਦਾ
ਜਿਹੜਾ ਸੀਗਾ ਮਕਸਦ ਇਹ ਸੀਗਾ ਕਿ ਮੈਂ ਇਸ ਬੀਬੀ ਦਾ ਜਿਹੜਾ ਇਸ ਤਰ੍ਹਾਂ ਦੇ ਜ਼ਖਮਾਂ ਦੇ ਵਿੱਚੋਂ ਖੂਨ ਨਿਕਲਦਾ ਹੈਗਾ, ਇਹਨਾਂ ਖੂਨਾਂ ਦੇ ਵਿੱਚ ਇਸ ਬੀਬੀ ਦੇ ਸਰੀਰ ਦੇ ਉੱਤੇ ਕੀ ਅਨੁਭਵ ਹੁੰਦਾ ਹੈਗਾ, ਇਹ ਕੀ ਫੀਲ ਕਰਦੀ ਹੈ, ਉਸ ਤੋਂ ਬਾਅਦ ਇਹ ਕੀ ਦੇਖਦੀ ਹੈ, ਕੀ ਸੁਣਦੀ ਹੈ, ਕਿਹੜੇ ਐਸੇ ਦ੍ਰਿਸ਼ ਹੈਗੇ ਆ ਜਿਨ੍ਹਾਂ ਨੂੰ ਆਪਣੇ ਅੰਦਰ ਇਹ ਅਨੁਭਵ ਕਰਦੀ ਹੈ। ਇਸ ਨੂੰ ਦੇਖਣ ਵਾਸਤੇ ਕਹਿੰਦੇ ਮੈਂ ਇੱਕ ਯੋਗ ਕਿਰਿਆ ਦੇ ਨਾਲ ਆਪਣਾ ਜਿਹੜਾ ਮਨ ਦੀ ਚੇਤਨਾ ਸੀਗੀ ਇਸ ਬੀਬੀ ਦੇ ਆਤਮ ਮਨ ਦੀ ਚੇਤਨਾ ਦੇ ਨਾਲ ਮਿਲਾ ਲਈ ਸੀ। ਅਤੇ ਮਿਲਾਉਣ ਤੋਂ ਬਾਅਦ ਕਹਿੰਦੇ ਫਿਰ ਅਸੀਂ ਉਸ ਲਾਈਨ 'ਤੇ ਖੜ੍ਹ ਗਏ ਸੀਗੇ। ਪਰ ਜਿਉਂ ਹੀ ਕਹਿੰਦੇ ਅਸੀਂ ਇਹਦੇ ਕਮਰੇ ਦੀ ਦਲੀਲ ਦੇ ਵਿੱਚ ਪਹੁੰਚੇ ਸੀਗੇ ਅਤੇ ਲੇਕਿਨ ਉੱਥੇ ਜਿਹੜਾ ਸੀਗਾ ਬੜਾ ਇੱਕ ਭਿਆਨਕ ਦ੍ਰਿਸ਼ ਦੇਖ ਕੇ ਕਹਿੰਦੇ ਅਸੀਂ ਵੀ ਭੈਭੀਤ ਹੋ ਗਏ ਸੀ। ਅਸੀਂ ਕੀ ਤੱਕਿਆ ਸੀਗਾ ਕਿ ਇਸ ਬੀਬੀ ਨੇ ਚਿੱਟੇ ਰੰਗ ਦੇ ਵਸਤਰ ਪਹਿਨੇ ਸੀਗੇ ਅਤੇ ਇੱਕ ਪਲੰਘ ਦੇ ਉੱਤੇ ਲੇਟੀ ਪਈ ਸੀ, ਆਪਣੇ ਦੋਨੇ ਹੱਥ ਉੱਪਰ ਨੂੰ ਕੀਤੇ ਸੀਗੇ ਅਤੇ ਇਸ ਤਰ੍ਹਾਂ ਪ੍ਰਤੀਤ ਹੋਇਆ ਸੀਗਾ ਕਿ ਜਿਵੇਂ ਇਹ ਬੀਬੀ ਜਿਹੜੀ ਆ ਪੂਰੀ ਸੰਸਾਰ ਦੀ ਜਿਹੜੀ ਹੈਗੀ ਆ ਉਹ ਕਾਮਨਾ ਦੀ ਦੁਆ ਜਿਹੜੀ ਹੈਗੀ ਆ ਉਸ ਪਰਮੇਸ਼ਰ ਵਾਹਿਗੁਰੂ ਤੋਂ ਕਰ ਰਹੀ ਆ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਜਦੋਂ ਅਸੀਂ ਬੀਬੀ ਨੂੰ ਨੀਝ ਦੇ ਨਾਲ ਤੱਕਿਆ ਅਸੀਂ ਕੀ ਦੇਖਿਆ ਕਿ ਇਹਦੀਆਂ ਅੱਖਾਂ ਦੇ ਹੇਠਲਾਂ ਜਿਹੜੀਆਂ ਪਲਕਾਂ ਹੈਗੀਆਂ ਉਹਨਾਂ ਦੇ ਵਿੱਚੋਂ ਜਿਹੜਾ ਖੂਨ ਆ ਸਿਮਰਿਆ ਹੈਗਾ ਅਤੇ ਥੱਲੇ ਨੂੰ ਜਿਹੜੀ ਧਾਰਾ ਵਹਿ ਰਹੀ ਆ, ਇਹ ਧਾਰਾ ਦੋਨਾਂ ਅੱਖਾਂ ਦੇ ਵਿੱਚੋਂ 1 ਇੰਚ ਚੌੜੀ ਜਿਹੜੀ ਸੀ ਥੱਲੇ ਨੂੰ ਵਹਿ ਰਹੀ ਸੀ। ਬੜਾ ਦਿਲ ਦਹਿਲਾਊ ਜਿਹੜਾ ਸੀਗਾ ਸੀਨ ਸੀਗਾ। ਇਹਦੇ ਮੱਥੇ ਦੇ ਉੱਤੇ ਵੀ ਇੱਕ ਚਿੱਟੀ ਪੱਟੀ ਦਾ ਕੱਪੜਾ ਰੱਖਿਆ ਸੀਗਾ, ਉਹ ਵੀ ਜਿਹੜਾ ਖੂਨ ਦੇ ਨਾਲ ਪੂਰੀ ਤਰ੍ਹਾਂ ਲੱਥ-ਪੱਥ ਸੀਗਾ, ਕਿਉਂਕਿ ਈਸਾ ਮਸੀਹ ਨੂੰ ਜਦ ਸੂਲੀ 'ਤੇ ਚਾੜ੍ਹਿਆ ਗਿਆ ਸੀਗਾ ਉਸ ਟਾਈਮ ਉਹਦੇ ਸਿਰ ਦੇ ਉੱਤੇ 1 ਕੰਟਿਆਂ ਦਾ ਤਾਜ ਦਿੱਤਾ ਗਿਆ ਸੀ, ਜਿਹਦੇ ਕਰਕੇ ਉਹਦੇ ਮੱਥੇ ਦੇ ਵਿੱਚੋਂ ਜਿਹੜਾ ਸੀ ਉਹ ਖੂਨ ਸਿਮਦਾ ਸੀਗਾ। ਉਹੀ ਚੀਜ਼ ਜਿਹੜੀ ਸੀ ਇਸ ਬੀਬੀ ਦੇ ਸਿਰ ਦੇ ਵਿੱਚੋਂ ਜਿਹੜੀ ਸੀ ਉਹ ਪ੍ਰਤੱਖ ਪ੍ਰਗਟ ਅਸੀਂ ਦੇਖੀ ਸੀ। ਉਸ ਤੋਂ ਬਾਅਦ ਕਹਿੰਦੇ ਅਸੀਂ ਨਜ਼ਰ ਮਾਰੀ ਸੀ ਕਿ ਇਹਦੀ ਜਿਹੜੇ ਹੱਥਾਂ ਦੇ ਨਿਸ਼ਾਨ ਸੀਗੇ ਜਿਨ੍ਹਾਂ ਨੂੰ ਕਹਿੰਦੇ ਅਸੀਂ ਉਸ ਦਿਨ ਪਹਿਲੀ ਮੁਲਾਕਾਤ 'ਚ ਦੇਖਿਆ ਸੀਗਾ ਕਿ ਇਹ ਜਿਹੜੇ ਨਿਸ਼ਾਨ ਸੀਗੇ ਪਿਛਲੇ ਪਾਸੇ ਜਿਹੜੇ ਸੀ ਉਹ ਵਰਗਾਕਾਰ ਆਕਾਰ ਦੇ ਸੀਗੇ ਅਤੇ ਲੇਕਿਨ ਜਿਹੜਾ ਹਥੇਲੀਆਂ ਦੇ ਨਿਸ਼ਾਨ ਸੀਗੇ ਇਹ ਨਿਸ਼ਾਨ ਜਿਹੜੇ ਸੀਗੇ ਇਹ ਅੱਧ ਚੰਦਰਮਾ ਦੀ ਚਕੋਰ ਦੇ ਬਣੇ ਸੀ। ਦੋਨੇ ਜ਼ਖਮਾਂ ਦੇ ਨਿਸ਼ਾਨ ਖੁੱਲ੍ਹੇ ਹੋਏ ਸੀ, ਦੋਨਾਂ ਦੇ ਵਿੱਚੋਂ ਜਿਹੜਾ ਸੀ ਉਹ ਲਹੂ ਸਿਮ ਰਿਹਾ ਸੀਗਾ ਅਤੇ ਇਹ ਲਹੂ ਜਿਹੜਾ ਸੀਗਾ ਇਹਦਾ ਸਿਮਦਾ ਜਿਹੜਾ ਸੀ ਕੂਹਣੀਆਂ ਤੋਂ ਥੱਲੇ ਜਿਹੜਾ ਸੀ ਉਹ ਡਿੱਗ ਰਿਹਾ ਸੀਗਾ। ਉਸ ਤੋਂ ਬਾਅਦ ਕਹਿੰਦੇ ਅਸੀਂ ਇਸ ਬੀਬੀ ਦੇ ਜਿਹੜੇ ਸੀ ਉਹ ਕੱਪੜੇ ਵੱਲ ਨਜ਼ਰ ਮਾਰੀ ਜਾਂ ਛਾਤੀ ਵੱਲ ਤੱਕਿਆ ਅਤੇ ਛਾਤੀ ਦੇ ਉੱਤੇ ਖੂਨ ਦੇ ਧੱਬੇ ਜਿਹੜੇ ਸੀ ਉਹ ਬਣੇ ਹੋਏ ਸੀ ਅਤੇ ਇਹ ਜਿਹੜਾ ਖੂਨ ਦੇ ਧੱਬੇ ਸੀਗੇ ਇਹ ਪਿਛਲੇ ਪਾਸੋਂ ਜਿਹੜਾ ਖੂਨ ਸਿਮ ਰਿਹਾ ਸੀ ਉਹਦੇ ਰਾਹੀਂ ਜਿਹੜੀ ਸੀ ਉਹ ਪ੍ਰਗਟ ਹੋ ਰਹੇ ਸੀ। ਅਤੇ ਇਹ ਬੀਬੀ ਦੇ ਜਿਹੜੇ ਕਹਿੰਦੇ ਜਦ ਅਸੀਂ ਚਿਹਰੇ ਵੱਲ ਦੇਖਿਆ ਤਾਂ ਇਹਦੇ ਜਿਹੜੇ ਸੀ ਬੁੱਲ ਫਰਕ ਰਹੇ ਸੀਗੇ ਅਤੇ ਬੁੱਲ ਫਰਕਣ ਦੇ ਨਾਲ ਇਹ ਬੀਬੀ ਜਿਹੜੀ ਸੀ ਮੂੰਹ ਦੇ ਵਿੱਚ ਕੁਛ ਐਸੇ ਲਫ਼ਜ਼ ਬੋਲਦੀ ਸੀਗੀ ਕਿ ਜਿਨ੍ਹਾਂ ਲਫ਼ਜ਼ਾਂ ਦੀ ਜਿਹੜੀ ਸੀ ਉਹ ਆਮ ਬੰਦੇ ਨੂੰ ਸਮਝ ਨਹੀਂ ਸੀ ਆਉਂਦੀ। ਲੇਕਿਨ ਵਿਗਿਆਨੀਆਂ ਦਾ ਖਿਆਲ ਇਹ ਸੀਗਾ ਕਿ ਇਹ ਬੀਬੀ ਜਿਹੜੀ ਕੋਈ ਪ੍ਰਾਚੀਨ ਫਲਸਤੀਨੀ ਜਿਹੜੀ ਭਾਸ਼ਾ ਹੈਗੀ ਆ ਉਹ ਬੋਲਦੀ ਆ। ਉਹ ਐਸੀ ਭਾਸ਼ਾ ਹੈਗੀ ਆ ਜਦੋਂ ਈਸਾ ਮਸੀਹ ਨੂੰ ਸੂਲੀ 'ਤੇ ਚਾੜ੍ਹਿਆ ਗਿਆ ਸੀਗਾ ਉਸ ਸਮੇਂ ਜਿਹੜੀ ਇਹ ਭਾਸ਼ਾ ਜਿਹੜੀ ਉਹ ਬੋਲੀ ਜਾਂਦੀ ਆ। ਉਸ ਤੋਂ ਬਾਅਦ ਕਹਿੰਦੇ ਅਸੀਂ ਕੀ ਦੇਖਿਆ ਕਿ ਇਹ ਜਿਹੜੀ ਬੀਬੀ ਦਾ ਧਿਆਨ ਵਾ ਇਹ ਦੋਨਾਂ ਪਰਪੱਟਿਆਂ ਦੇ ਵਿਚਕਾਰ ਤੀਜੇ ਨੇਤਰ 'ਤੇ ਟਿਕਿਆ ਹੋਇਆ ਹੈਗਾ ਅਤੇ ਕਹਿੰਦੇ ਧਿਆਨ ਟਿਕਣ ਦੇ ਨਾਲ ਕਹਿੰਦੇ ਅਸੀਂ ਕੀ ਮਹਿਸੂਸ ਕੀਤਾ ਕਿ ਇਹ ਬੀਬੀ ਜਿਹੜੀ ਹੈ ਨਾ ਬਹੁਤ ਹੀ ਉਦਾਸ ਅਤੇ ਅਗੰਮੀ ਸੋਚ ਦੇ ਵਿੱਚ ਡੁੱਬੀ ਹੋਈ ਆ ਅਤੇ ਜਿਹੜੇ ਦ੍ਰਿਸ਼ ਵਾ ਦੇਖ ਰਹੀ ਆ। ਇਹਦੇ ਕਹਿੰਦੇ ਦ੍ਰਿਸ਼ਾਂ ਦੇ ਵਿੱਚ ਅਸੀਂ ਇਹ ਵੀ ਦੇਖਿਆ ਹੈਗਾ ਕਿ ਜਦੋਂ ਈਸਾ ਮਸੀਹ ਨੂੰ ਜਿਹੜਾ ਲੱਕੜ ਦਾ ਇੱਕ ਬਹੁਤ ਭਾਰਾ ਕਰੋਸ ਸੀਗਾ ਜਿਸ ਨੂੰ ਕਹਿੰਦੇ ਉਹ ਆਪਣੇ ਦੇ ਉੱਪਰ ਜਿਹੜਾ ਸੀ ਉਹ ਲੱਦ ਕੇ ਲਿਜਾ ਰਹੇ ਸੀਗੇ ਅਤੇ ਆਲੇ ਦੁਆਲੇ ਬਹੁਤ ਜ਼ਿਆਦਾ ਭੀੜ ਇਕੱਠੀ ਹੋਈ ਸੀਗੀ ਅਤੇ ਭੀੜ ਜਿਹੜੀ ਸੀ ਉਹ ਈਸਾ ਮਸੀਹ ਨੂੰ ਜਿਹੜੇ ਉਹ ਮਖੌਲ ਅਤੇ ਟਿੱਚਰਾਂ ਜਿਹੜੀ ਸੀ ਉਹ ਪੂਰੀ ਤਰ੍ਹਾਂ ਕਰ ਰਹੇ ਸੀ ਅਤੇ ਇਸ ਭੀੜ ਦੇ ਮਖੌਲ ਦੇ ਟਿੱਚਰਾਂ ਦੇ ਰੌਲੇ ਦੇ ਵਿੱਚ ਕਹਿੰਦੇ ਈਸਾ ਮਸੀਹ ਜਿਹੜੇ ਸੀ ਉਹ ਧੜਮ ਕਰਕੇ ਥੱਲੇ ਡਿੱਗੇ ਸੀਗੇ। ਉਹ ਜਿਹੜਾ ਕਰੋਸ ਬਹੁਤ ਭਾਰਾ ਸੀਗਾ ਉਹਦੇ ਥੱਲੇ ਦੱਬ ਗਿਆ ਸੀ। ਜਦੋਂ ਕਹਿੰਦੇ ਇਹ ਸੀਨ ਆਇਆ ਸੀਗਾ ਅਤੇ ਇਸ ਬੀਬੀ ਦਾ ਜਿਹੜਾ ਸਿਰ ਸੀਗਾ ਥੋੜ੍ਹਾ ਜਿਹਾ ਉੱਪਰ ਨੂੰ ਹੋਇਆ। ਇਸ ਬੀਬੀ ਨੇ ਇੱਕ ਹਟਕੋਰਾ ਲਿਆ ਸੀਗਾ ਅਤੇ ਬਹੁਤ ਹੀ ਉਦਾਸ ਭਾਵ ਦੇ ਨਾਲ ਹੀ ਬੀਬੀ ਜਿਹੜੀ ਸੀ ਨਿਡਾਲ ਹੋ ਕੇ ਦੁਬਾਰਾ ਜਿਹੜੀ ਸੀਗੀ ਉਹ ਮੰਜੇ ਦੇ ਉੱਤੇ ਪੈ ਗਈ ਸੀ। ਇਹ ਵੀ ਕਹਿੰਦੇ ਸੀਨ ਜਿਹੜਾ ਸੀਗਾ ਅਸੀਂ ਆਪਣੇ ਅੱਖੀਂ ਦੇਖਿਆ ਅਤੇ ਸੁਣਿਆ। ਉਸ ਤੋਂ ਬਾਅਦ ਕਹਿੰਦੇ ਫਿਰ ਅਸੀਂ ਇਹ ਜਿਹੜਾ ਅਨੁਭਵ ਕੀਤਾ ਹੈਗਾ ਕਿ ਇਹ ਜਿਹੜਾ ਦ੍ਰਿਸ਼ ਹੈਗਾ ਜੋ ਇਸ ਬੀਬੀ ਨੂੰ ਸੁਣਾਈ ਵੀ ਦਿੰਦਾ ਹੈਗਾ ਅਤੇ ਦਿਖਾਈ ਵੀ ਦਿੰਦਾ ਹੈਗਾ ਉਹੀ ਦ੍ਰਿਸ਼ ਕਹਿੰਦੇ ਸਾਨੂੰ ਵੀ ਸੁਣਾਈ ਦਿੰਦਾ ਸੀ, ਦਿਖਾਈ ਦਿੰਦਾ ਸੀ, ਕਿਉਂਕਿ ਅਸੀਂ ਆਪਣੀ ਮਨ ਆਤਮਾ ਜਿਹੜੀ ਸੀ ਇਸ ਸੰਤਣੀ ਦੀ ਮਨ ਆਤਮਾ ਦੇ ਨਾਲ ਜਿਹੜੀ ਸੀ ਪੂਰੀ ਤਰ੍ਹਾਂ ਜੋੜ ਲਈ ਸੀ। ਕਹਿੰਦੇ ਜਦ ਇਹ ਜਿਹੜਾ ਬੜਾ ਭਾਵਕ ਦ੍ਰਿਸ਼ ਸੀਗਾ ਬਹੁਤ ਹੀ ਭੈਭੀਤ ਦ੍ਰਿਸ਼ ਸੀਗਾ। ਕਹਿੰਦੇ ਜਦੋਂ ਅਸੀਂ ਤੱਕ ਰਹੇ ਸੀ ਅਚਨਚੇਤ ਕਹਿੰਦੇ ਸਾਡੇ ਪਿੱਛੇ ਖੜਕਾ ਹੋਇਆ ਤਾਂ ਅਸੀਂ ਥੋੜ੍ਹਾ ਜਿਹਾ ਕੀ ਦੇਖਿਆ ਕਿ 2 ਜਿਹੜੇ ਗੋਰੇ ਆਦਮੀ ਸੀਗੇ ਕਿਸੇ ਬੰਦੇ ਨੂੰ ਚੱਕ ਕੇ ਬਾਹਰ ਜਿਹੜੇ ਸੀ ਲਿਜਾ ਰਹੇ ਸੀ। ਲੇਕਿਨ ਬਾਅਦ ਦੇ ਵਿੱਚ ਕਹਿੰਦੇ ਜਦੋਂ ਅਸੀਂ ਦ੍ਰਿਸ਼ ਦੇਖਿਆ ਤਾਂ ਕੀ ਦੇਖਿਆ ਮੇਰਾ ਇੱਕ ਸਾਥੀ ਵਾਕਿਆ ਜਿਹੜਾ ਸੀ ਇਹ ਦ੍ਰਿਸ਼ ਦੇਖ ਕੇ ਥੱਲੇ ਡਿੱਗ ਪਿਆ ਸੀ। ਕਹਿੰਦੇ ਮੈਂ ਉਹਨੂੰ ਪੁੱਛਿਆ ਵੀ ਤੇਰੇ ਆ ਜਿਹੜੀ ਗੱਲ ਹੈ ਤੇ ਖੂਨ ਕਿਉਂ ਨਿਕਲ ਰਿਹਾ ਹੈ ਅਤੇ ਉਹਨੇ ਕਹਿੰਦੇ ਮੇਰੇ ਸਾਥੀ ਨੇ ਮੈਨੂੰ ਦੱਸਿਆ ਸੀਗਾ ਵੀ ਇਹ ਜਿਹੜਾ ਦ੍ਰਿਸ਼ ਇਸ ਬੀਬੀ ਦੇ ਸਰੀਰ ਦੇ ਵਿੱਚ ਚੱਲ ਰਿਹਾ ਹੈਗਾ ਇਸ ਨੂੰ ਦੇਖ ਕੇ ਮੈਂ ਚੱਕਰ ਖਾ ਗਿਆ ਸੀ ਅਤੇ ਚੱਕਰ ਖਾ ਕੇ ਥੱਲੇ ਡਿੱਗ ਪਿਆ ਸੀ। ਉਸ ਤੋਂ ਬਾਅਦ ਕਹਿੰਦੇ ਫਿਰ ਜਦ ਅਸੀਂ ਇਸ ਬੀਬੀ ਦਾ ਜਿਹੜਾ ਸੀ ਇਹ ਦ੍ਰਿਸ਼ ਦੇਖਿਆ ਦ੍ਰਿਸ਼ ਦੇਖਣ ਤੋਂ ਬਾਅਦ ਕਹਿੰਦੇ ਵੀ ਸਾਨੂੰ ਇਹ ਗੱਲ ਤਾਂ ਜਾਣੀ ਪੂਰੀ ਤਰ੍ਹਾਂ ਯਾਦ ਆਈ ਹੈ ਕਿਵੇਂ ਕੁਦਰਤ ਪਰਮੇਸ਼ਰ ਰੱਬ ਜਿਹੜਾ ਹੈਗਾ
ਉਹ ਇੰਨੇ ਸਾਲ ਪਹਿਲਾਂ ਜਿਹੜੇ ਇਸ ਈਸਾ ਮਸੀਹ 'ਤੇ ਹੋਏ ਜ਼ੁਲਮ ਦੇ ਨਿਸ਼ਾਨ ਸੀਗੇ ਉਹਨਾਂ ਨੂੰ ਸੰਸਾਰ ਦੇ ਉੱਤੇ ਪ੍ਰਗਟ ਕਰਨ ਵਾਸਤੇ ਇਸ ਬੀਬੀ ਦੇ ਸਰੀਰ ਦੇ ਉੱਪਰ ਜਿਹੜੇ ਸੀ ਉਹ ਆਪਣੀ ਇੱਕ ਜਾਰੀ ਕਰਮਤ ਪ੍ਰਤੱਖ ਜਿਹੜੀ ਸੀ ਦੁਨੀਆ ਨੂੰ ਦਿਖਾ ਰਿਹਾ ਸੀਗਾ, ਤਾਂ ਜੋ ਜਿਹੜਾ ਈਸਾਈ ਭਾਈਚਾਰਾ ਹੈ ਨਾ ਉਹਦਾ ਵਿਸ਼ਵਾਸ ਜਿਹੜਾ ਹੈ ਈਸਾ ਮਸੀਹ ਦੇ ਪ੍ਰਤੀ ਬਣਿਆ ਰਹੇ। ਸੋ ਇਹ ਜਿਹੜਾ ਵਿਸ਼ਵਾਸ ਦਿਵਾਉਣ ਵਾਸਤੇ ਕੁਦਰਤ ਜਿਹੜੀ ਹੈ ਇਹ ਐਸੇ ਖੇਲ ਜਿਹੜੀ ਹੈ ਇਸ ਬੀਬੀ ਦੇ ਨਾਲ ਖੇਡ ਰਹੀ ਆ। ਕਹਿੰਦੇ ਜਦ ਅਸੀਂ ਇਹ ਦ੍ਰਿਸ਼ ਦੇਖਿਆ ਸੀਗਾ, ਇਸ ਦ੍ਰਿਸ਼ ਦੇਖਣ ਤੋਂ ਬਾਅਦ ਕਹਿੰਦੇ ਫਿਰ ਜਦੋਂ ਅਸੀਂ ਬਾਹਰ ਵਾਪਸ ਆਏ ਸੀ ਤਾਂ ਫਿਰ ਕਹਿੰਦੇ ਸਾਡੇ ਮਨ ਦੇ ਵਿੱਚ ਇਹ ਆਇਆ ਸੀਗਾ ਕਿ ਇਹ ਜਿਹੜੀ ਸੰਤਣੀ ਬੀਬੀ ਹੈਗੀ ਆ ਇਸ ਦਾ ਜੀਵਨ ਹੀ ਜਿਹੜਾ ਰੱਬ ਨੇ ਇਸ ਪ੍ਰਕਾਰ ਦਾ ਬਣਾਇਆ ਹੈਗਾ ਤਾਂ ਜੋ ਦੁਨੀਆ ਦੇ ਵਿੱਚ ਵਿਸ਼ਵਾਸ ਆ ਸਕੇ ਕਿ ਜਿਹੜੇ ਜਿੰਨੇ ਵੀ ਸੰਤ ਪੈਰੋਕਾਰ ਜਿਹੜੇ ਹੋਏ ਆ ਉਹਨਾਂ ਟਾਈਮਾਂ ਦੇ ਵਿੱਚ ਜਿਨ੍ਹਾਂ ਨੇ ਸਮੇਂ ਦੇ ਵਿੱਚ ਜਿਹੜੇ ਸੀਗੇ ਉਹ ਹਕੂਮਤ ਦੇ ਨਾਲ ਲੜ ਕੇ ਜਿਹੜੇ ਸੀ ਬੜੀ ਜਦੋਜਹਿਦ ਕੀਤੀ, ਬੜੀ ਘਾਲਣਾ ਕੀਤੀ ਆ, ਬਹੁਤ ਆਪਣੇ ਸਰੀਰ 'ਤੇ ਤਸ਼ੱਦਦ ਸਹੇ ਆ, ਕਿਤੇ ਜਿਹੜੀ ਦੁਨੀਆ ਹੈਗੀ ਆ ਉਹਨਾਂ ਦੇ ਇਹਨਾਂ ਕੀਤੇ ਜ਼ੁਲਮਾਂ ਨੂੰ ਕਹਿੰਦੇ ਕਿਤੇ ਭੁਲਾ ਨਾ ਜਾਵੇ ਅਤੇ ਹਮੇਸ਼ਾ ਯਾਦ ਰੱਖੇ। ਸੋ ਇਹੋ ਜਿਹੜੀ ਘਟਨਾ ਸੀਗੀ ਇਹ ਬੀਬੀ ਜਿਹੜੀ ਟਰੇਸਾ ਨਾਈਮਨ ਸੀ ਉਹਦੇ ਸਰੀਰ ਦੇ ਉੱਪਰ ਜਿਹੜੀ ਸੀ ਹਰ ਵੀਰਵਾਰ ਤੋਂ ਲੈ ਕੇ ਸ਼ੁੱਕਰਵਾਰ ਨੂੰ ਜਿਹੜੀ ਸੀ ਉਹ ਆਪਣੇ ਆਪ ਉਹ ਪ੍ਰਗਟ ਹੋ ਜਾਂਦੀ ਸੀ। ਸੋ ਕਹਿੰਦੇ ਇਹ ਦ੍ਰਿਸ਼ ਦੇਖ ਕੇ ਫਿਰ ਪਰਮਹੰਸ ਜੋਗਨਾਥ ਜੀ ਕਹਿੰਦੇ ਸੀਗੇ ਕਿ ਅਸੀਂ ਦੇਖ ਕੇ ਜਿਹੜੇ ਸੀਗੇ ਫਿਰ ਵਾਪਸ ਜਿਹੜੇ ਸੀ ਮੁੜ ਕੇ ਆਪਣੇ ਹਿੰਦੁਸਤਾਨ ਵੱਲ ਕਹਿੰਦੇ ਅਸੀਂ ਆਪਣਾ ਰੁੱਖ ਕਰ ਲਿਆ ਸੀ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕ ਹੈ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਣ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।